ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਡਿਸੀਜ਼ਨ 2021 ਕੈਨੇਡਾ ਦੀਆਂ 44ਵੀਆਂ ਫੈਡਰਲ ਚੋਣਾਂ ਦਾ ਅੱਜ ਆਖਰੀ ਤੇ ਅਹਿਮ ਦਿਨ ਹੈ। ਅੱਜ ਆਉਣ ਵਾਲੇ 4 ਸਾਲਾਂ ਦਾ ਕੈਨੇਡਾ ਦਾ ਭਵਿੱਖ ਤੈਅ ਹੋਵੇਗਾ ਤੇ ਤੁਸੀਂ ਪਹਿਲਾਂ ਦੇਖ ਚੁੱਕੇ ਹਾਂ ਕਿ ਵੱਖ-ਵੱਖ ਪਾਰਟੀਆਂ ਦੇ ਮੁੱਖ ਪਾਰਟੀਆਂ ਦੇ ਆਗੂਆਂ ਦੇ ਵਿੱਚ ਫ੍ਰੈਂਚ ਤੇ ਅੰਗਰੇਜ਼ੀ ਵਿੱਚ ਕਈ ਨੀਤੀਆਂ ਤੇ ਬਹਿਸ ਹੋ ਚੁੱਕੀ ਹੈ। ਇਸ ਬਹਿਸ ਦਾ ਕੈਨੇਡੀਅਨਸ ਤੇ ਡੂੰਘਾ ਅਸਰ ਹੁੰਦਾ ਹੈ ਤੇ ਇਸੇ ਬਹਿਸ ਦਾ ਕੈਨੇਡੀਅਨ ਵੋਟਰਾਂ ਦੇ ਮਨਾਂ ਤੇ ਕਾਫੀ ਅਸਰ ਹੁੰਦਾ ਹੈ ਕਿ ਕਿਸ ਪਾਰਟੀ ਦਾ ਪਲੜਾ ਭਾਰੀ ਹੈ ਤੇ ਕਿਸ ਪਾਰਟੀ ਦੀਆਂ ਨੀਤੀਆਂ ਕੈਨੇਡੀਅਨਸ ਦੇ ਲਈ ਭਵਿੱਖ ਵਿੱਚ ਫਾਇਦੇਮੰਦ ਨੇ। ਇਸ ਲਈ ਵੱਖ-ਵੱਖ ਪ੍ਰਮੁੱਖ ਪਾਰਟੀ ਦੇ ਆਗੂਆਂ ਨੇ ਲੋਕਾਂ ਨੂੰ ਆਪਣੀਆਂ ਨੀਤੀਆਂ ਦੱਸਣ ਦੇ ਲਈ ਯਤਨ ਤੇਜ਼ ਕਰ ਦਿੱਤੇ ਸੀ ਤੇ ਬੀਤੀਆਂ 6 ਫੈਡਰਲ ਚੋਣਾਂ ਵਿੱਚੋਂ 4 ਚੋਣਾਂ ਦੇ ਦੌਰਾਨ ਕਿਸੇ ਇੱਕ ਪਾਰਟੀ ਨੂੰ ਬਹੁਮਤ ਪ੍ਰਾਪਤ ਨਹੀਂ ਹੋਇਆ ਤੇ ਅੱਜ ਹੋਣ ਵਾਲੀਆਂ ਚੋਣਾਂ ਦੇ ਵਿੱਚ 5ਵੀਂ ਵਾਰ ਅਜਿਹਾ ਵਾਪਰਨ ਦੀ ਪੇਸ਼ਨਗੋਈ ਕੀਤੀ ਗਈ ਹੈ। ਹੁਣ ਭਾਵੇਂ ਸਰਕਾਰ ਲਿਬਰਲਸ ਦੀ ਹੋਵੇ ਜਾਂ ਕੰਜ਼ਰਵੇਟਿਵਸ ਦੀ, ਪਰ ਲੋਕਾਂ ਨੂੰ ਘੱਟ ਗਿਣਤੀ ਸਰਕਾਰ ਦੀ ਹੀ ਵਧੇਰੇ ਸੰਭਾਵਨਾ ਨਜ਼ਰ ਆ ਰਹੀ ਹੈ। ਚੋਣ ਦੇ ਰੁਝਾਨ ਵੀ ਇਹੀ ਇਸ਼ਾਰਾ ਕਰ ਰਹੇ ਨੇ ਕਿ ਕਿਸੇ ਵੀ ਇੱਕ ਪਾਰਟੀ ਨੂੰ 2019 ਦੀਆਂ ਚੋਣਾਂ ਵਾਂਗ ਬਹੁਮਤ ਨਹੀਂ ਮਿਲੇਗਾ। 2019 ਵਿੱਚ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਮੁਕਾਬਲਤਨ ਸਥਿਰ ਸੀ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ 20 ਸਤੰਬਰ ਯਾਨੀ ਕਿ ਅੱਜ ਵੀ ਚੋਣਾਂ ਦੇ ਇਹੋ ਜਿਹੇ ਹੀ ਨਤੀਜੇ ਨਿਕਲਣਗੇ। ਨਤੀਜੇ ਕੁਝ ਵੀ ਹੋ ਸਕਦੇ ਨੇ। ਇਹ ਡਿਪੈਂਡ ਕਰਦਾ ਹੈ ਕਿ ਕਿੰਨੇ ਲੋਕ ਚੋਣਾਂ ਦੇ ਵਿੱਚ ਹਿੱਸਾ ਲੈਂਦੇ ਨੇ, ਕਿੰਨੇ ਲੋਕ ਆਪਣੀ ਪਾਰਟੀ ਚੁਣਦੇ ਨੇ। ਆਓ ਜਾਣਦੇ ਹਾਂ ਕਿ ਘੱਟ ਗਿਣਤੀ ਸਰਕਾਰਾਂ ਕਿਵੇਂ ਬਣਦੀਆਂ ਤੇ ਅਗਲੀ ਸੰਭਾਵਿਤ ਘੱਟ ਗਿਣਤੀ ਸਰਕਾਰ ਕਿਸ ਤਰ੍ਹਾਂ ਦੀ ਹੋ ਸਕਦੀ ਹੈ। ਕਿਹੜੀਆਂ ਦੋ ਪਾਰਟੀਆਂ ਨੂੰ ਸਭ ਤੋਂ ਵੱਧ ਵੋਟਾਂ ਮਿਲਣੀਆਂ ਜਾਂ ਕਿਹਨਾਂ ਨੇ ਸਭ ਤੋਂ ਵੱਧ ਸੀਟਾਂ ਜਿੱਤਣੀਆਂ। ਜ਼ਰੂਰੀ ਨਹੀਂ ਕਿ ਸਰਕਾਰ ਬਣਨਾ ਸਿਰਫ ਇਸ ਨੁਕਤੇ ਤੇ ਹੀ ਆਧਾਰਿਤ ਹੋਵੇ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਰਾਜਨੀਤੀ ਵਿਗਿਆਨੀ ਮੈਕਸਵੈਲ ਕੈਮਰੌਨ ਦੇ ਮੁਤਾਬਿਕ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕਿਹੜੀ ਪਾਰਟੀ ਨੂੰ ਹਾਊਸ ਆਫ ਕਾਮਨਸ ਵਿੱਚ ਭਰੋਸਾ ਹਾਸਲ ਹੁੰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਕਿਹੜੀ ਪਾਰਟੀ ਭਰੋਸਗੀ ਦਾ ਮਤਾ ਜਿੱਤਣ ਦੇ ਲਈ ਇੱਕ ਜਾਂ ਵੱਧ ਛੋਟੀਆਂ ਪਾਰਟੀਆਂ ਕੋਲੋਂ ਲੋੜੀਂਦਾ ਸਮਰਥਨ ਪ੍ਰਾਪਤ ਕਰਦੀ ਹੈ। ਹੁਣ ਸੱਤਾ ਵਿੱਚ ਬਣੇ ਰਹਿਣ ਦਾ ਅਧਿਕਾਰ ਕਿਸ ਦਾ ਹੁੰਦਾ ਹੈ? ਜੇ ਟਰੂਡੋ ਨੂੰ ਸਰਕਾਰ ਚਲਾਉਂਦੇ ਰਹਿਣ ਲਈ ਵਿਰੋਧੀ ਧਿਰ ਕੋਲੋਂ ਲੋੜੀਂਦਾ ਸਮਰਥਨ ਪ੍ਰਾਪਤ ਹੋਣ ਦੀ ਸੰਭਾਵਨਾ ਘੱਟ ਲੱਗਦੀ ਹੈ ਤਾਂ ਉਹ ਅਸਤੀਫਾ ਦੇ ਦੇਣਗੇ ਅਤੇ ਕੰਜ਼ਰਵੇਟਿਵਸ ਨੂੰ ਸਰਕਾਰ ਬਣਾਉਣ ਦੇ ਲਈ ਕਹਿਣਗੇ। ਨਤੀਜਾ ਜੋ ਵੀ ਹੋਵੇ, ਪਰ ਜਸਟਿਨ ਟਰੂਡੋ ਕੋਲ ਉਦੋਂ ਤੱਕ ਸੱਤਾ ਵਿੱਚ ਬਣੇ ਰਹਿਣ ਦਾ ਅਧਿਕਾਰ ਹੋਵੇਗਾ ਜਦੋਂ ਤੱਕ ਹਾਊਸ ਆਫ ਕਾਮਨਸ ਵਿੱਚ ਬੇਭਰੋਸਗੀ ਦਾ ਮਤਾ ਮਨਜ਼ੂਰ ਨਹੀਂ ਹੋ ਜਾਂਦਾ। ਫਿਰ ਪਾਰਲੀਮੈਂਟ ਦੇ ਹਰੇਕ ਨਵੇਂ ਸੈਸ਼ਨ ਤੋਂ ਪਹਿਲਾਂ ਹੋਣ ਵਾਲੀ ਥਰੋਨ ਸਪੀਚ ਦੇ ਖਿਲਾਫ ਵੋਟ ਪਾ ਕੇ ਵਿਰੋਧੀ ਧਿਰ ਕੋਲ ਸਰਕਾਰ ਪਲਟਣ ਦਾ ਮੌਕਾ ਹੁੰਦਾ ਹੈ। ਜੇ ਥਰੋਨ ਸਪੀਚ ਦੇ ਖਿਲਾਫ ਮਤਾ ਪਾਸ ਹੋ ਜਾਂਦਾ ਤਾਂ ਗਵਰਨਰ ਜਨਰਲ ਆਪਣੇ ਵਿਸ਼ੇਸ਼ ਅਧਿਕਾਰਾਂ ਅਧੀਨ ਕੰਜ਼ਰਵੇਟਿਵ ਲੀਡਰ ਐਰਨ ਅਟੂਲ ਨੂੰ ਸਰਕਾਰ ਬਣਾਉਣ ਦੇ ਲਈ ਸੱਦਾ ਦੇਵੇਗਾ। ਫਿਰ ਐਰਨ ਅਟੂਲ ਨੂੰ ਕਿਸੇ ਇੱਕ ਜਾਂ ਵੱਧ ਵਿਰੋਧੀ ਪਾਰਟੀਆਂ ਦਾ ਸਮਰਥਨ ਹਾਸਲ ਕਰਕੇ ਹਾਊਸ ਆਫ ਕਾਮਨਸ ਦੇ ਵਿੱਚ ਭਰੋਸਾ ਸਾਬਿਤ ਕਰਨਾ ਹੋਵੇਗਾ। ਅਜਿਹਾ ਨਾ ਹੋ ਸਕਣ ਦੀ ਸਥਿਤੀ ਵਿੱਚ ਦੁਬਾਰਾ ਚੋਣਾਂ ਕਰਵਾਈਆਂ ਜਾਣਗੀਆਂ। ਹੁਣ ਇਸ ਤੋਂ ਬਾਅਦ ਸਵਾਲ ਇਹ ਉੱਠਦਾ ਹੈ ਕਿ ਕੀ ਹੋਰ ਪਾਰਟੀਆਂ ਸਰਕਾਰ ਬਣਾਉਣ ਦੇ ਲਈ ਸਮਰਥਨ ਦੇਣਗੀਆਂ। 2019 ਵਿੱਚ ਕੰਜ਼ਰਵੇਟਿਵਸ ਨੂੰ ਲਿਬਰਲਸ ਨਾਲੋਂ ਵਧੇਰੇ ਵੋਟ ਮਿਲੇ ਸੀ, ਪਰ ਕਿਉਂਕਿ ਉਹਨਾਂ ਦੇ ਵੋਟ ਜ਼ਿਆਦਾਤਰ ਪ੍ਰੇਰੀ ਸੂਬਿਆਂ ਵਿੱਚ ਹੀ ਕੇਂਦਰਿਤ ਰਹੇ, ਲਿਬਰਲ ਦੇ ਮੁਕਾਬਲੇ ਉਹਨਾਂ ਨੂੰ 36 ਸੀਟਾਂ ਘੱਟ ਮਿਲੀਆਂ। ਲਿਬਰਲ ਪਾਰਟੀ ਕੋਲ ਬਹੁਮਤ ਤੋਂ ਸਿਰਫ 13 ਸੀਟਾਂ ਘੱਟ ਸਨ ਅਤੇ ਐਨਡੀਪੀ, ਜਿਨ੍ਹਾਂ ਨੂੰ 24 ਸੀਟਾਂ ਮਿਲੀਆਂ ਸਨ, ਨੇ ਚੋਣ ਪ੍ਰਚਾਰ ਦੌਰਾਨ ਹੀ ਸਾਫ਼ ਕੀਤਾ ਸੀ ਕਿ ਉਹ ਕੰਜ਼ਰਵੇਟਿਵਸ ਦੀ ਘੱਟ ਗਿਣਤੀ ਸਰਕਾਰ ਲਈ ਸਮਰਥਨ ਨਹੀਂ ਦੇਣਗੇ। ਭਰੋਸਗੀ ਮਤਾ ਪਾਸ ਕਰਵਾਉਣ ਦੇ ਲਈ ਅਲੱਗ-ਅਲੱਗ ਪਾਰਟੀਆਂ ਤੋਂ ਅਲੱਗ-ਅਲੱਗ ਸਮਿਆਂ ਤੇ ਟਰੂਡੋ ਨੂੰ ਸਮਰਥਨ ਮਿਲਦਾ ਰਿਹਾ ਤੇ ਲਿਬਰਲ ਪਾਰਟੀ ਵਿਰੋਧੀ ਪਾਰਟੀਆਂ ਦੇ ਨਾਲ ਕੋਈ ਅਧਿਕਾਰਿਕ ਸਮਝੌਤਾ ਕੀਤੇ ਬਿਨਾਂ ਹੀ ਸਰਕਾਰ ਚਲਾਉਣ ਅਤੇ ਕਾਨੂੰਨ ਪਾਸ ਕਰਨ ਦੇ ਯੋਗ ਬਣੀ ਰਹੀ। ਪਰ ਇਸ ਵਾਰ ਜਗਮੀਤ ਸਿੰਘ ਅਤੇ ਬਲਾਕ ਲੀਡਰ ਈਵ ਫ੍ਰੈਂਚੋਇਆ ਬਲਾਂਸ਼ੇ ਦੋਹਾਂ ਨੇ ਹੀ ਕੰਜ਼ਰਵੇਟਿਵ ਘੱਟ ਗਿਣਤੀ ਸਰਕਾਰ ਲਈ ਸਮਰਥਨ ਦੇਣ ਤੋਂ ਇਨਕਾਰ ਨਹੀਂ ਕੀਤਾ। ਭਾਵੇਂ ਕਿ ਕੰਜ਼ਰਵੇਟਿਵਸ ਨੇ ਆਪਣੇ ਝੁਕਾਅ ਸੱਜੇ ਪੱਖ ਤੋਂ ਥੋੜਾ ਮੱਧ ਪੱਖ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਕੈਮਰੌਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਮਨਸ ਵਿੱਚ ਕੋਈ ਸਾਥੀ ਮਿਲਣਾ ਔਖਾ ਹੋ ਸਕਦਾ ਕਿਉਂਕਿ ਵਿਚਾਰਧਾਰਾ ਦੇ ਪੱਖੋਂ ਬਲਾਕ ਤੇ ਐਨਡੀਪੀ ਲਿਬਰਲ ਪਾਰਟੀ ਦੇ ਵਧੇਰੇ ਨੇੜੇ ਖੜੀਆਂ ਨਜ਼ਰ ਆਉਂਦੀਆਂ। ਹਾਲਾਂਕਿ ਕਿਊਬੈਕ ਪ੍ਰੀਮੀਅਰ ਫ੍ਰਾਂਸੂਆ ਲੇਗਾਓ ਦੇ ਵੱਲੋਂ ਕੰਜ਼ਰਵੇਟਿਵਸ ਦੀ ਹਮਾਇਤ ਕੀਤੇ ਜਾਣ ਤੋਂ ਬਾਅਦ ਸ਼ਾਇਦ ਬਲਾਕ ਲੀਡਰ ਓਟੂਲ ਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਦਿਵਾਉਣ ਵਿੱਚ ਮਦਦ ਕੀਤੀ ਜਾ ਸਕੇ। ਹੁਣ ਸੰਭਾਵਿਤ ਸਥਿਤੀਆਂ ਕੀ ਦੱਸਦੀਆਂ, ਪਰ ਕੀ ਹੋਵੇਗਾ ਜੇ ਐਨਡੀਪੀ ਲਿਬਰਲ ਪਾਰਟੀ ਦਾ ਸਮਰਥਨ ਕਰ ਦੇਵੇ ਅਤੇ ਬਲਾਕ ਕੰਜ਼ਰਵੇਟਿਵਸ ਦਾ ਸਮਰਥਨ ਕਰ ਦੇਵੇ, ਪਰ ਦੋਵਾਂ ਵਿੱਚੋਂ ਕਿਸੇ ਧਿਰ ਕੋਲ ਵੀ ਹਾਊਸ ਆਫ ਕਾਮਨਸ ਵਿੱਚ ਬਹੁਮਤ ਨਾ ਹੋਵੇ। ਅਜਿਹੀ ਸਥਿਤੀ ਵਿੱਚ ਗ੍ਰੀਨ ਪਾਰਟੀ ਜਾਂ ਪੀਪਲ ਪਾਰਟੀ ਦੇ ਮੁੱਠੀ ਭਰ ਐਮਪੀ ਵੀ ਸਰਕਾਰ ਬਣਾਉਣ ਵਿੱਚ ਨਿਰਣਾਇਕ ਭੂਮਿਕਾ ਨਿਭਾ ਸਕਦੇ ਆ ਤੇ ਇਸ ਦੇ ਬਦਲੇ ਉਹ ਯਕੀਨੀ ਤੌਰ ਤੇ ਆਪਣੀਆਂ ਸ਼ਰਤਾਂ ਨੂੰ ਵੀ ਮੂਹਰੇ ਰੱਖਣਗੇ। ਕੈਮਰੌਨ ਦੇ ਮੁਤਾਬਿਕ ਘੱਟ ਗਿਣਤੀ ਸਰਕਾਰ ਦੀਆਂ 3 ਤਰੀਕੇ ਦੀ ਅਪਰੋਚ ਜਿਹੜੀ ਹੈ ਉਹ ਹੁੰਦੀ ਹੈ। ਇਹਨਾਂ ਵਿੱਚ ਸਭ ਤੋਂ ਆਮ ਹੁੰਦੀ ਹੈ ਗੈਰ ਰਸਮੀ ਵੋਟ, ਬਾਏ ਵੋਟ ਦੀ ਅਪਰੋਚ, ਜਿਹੜੀ ਪਿਛਲੇ 2 ਸਾਲ ਤੋਂ ਜਸਟਿਨ ਟਰੂਡੋ ਨੇ ਜਾਰੀ ਰੱਖੀ ਹੈ। ਪਰ ਕੈਮਰੌਨ ਦਾ ਕਹਿਣਾ ਹੈ ਕਿ
ਅੱਜ ਬਣ ਰਹੀ ਸੰਭਾਵਿਤ ਘੱਟ ਗਿਣਤੀ ਸਰਕਾਰ ਵਿੱਚ ਮੁੜ ਅਜਿਹਾ ਹੋਣ ਦੇ ਘੱਟ ਅਸਾਰ ਹਨ। ਇਹ ਹੋ ਸਕਦਾ ਹੈ ਕਿ ਵੋਟਾਂ ਕਿੱਧਰ ਵੀ ਜਾ ਸਕਦੀਆਂ ਨੇ। ਘੱਟ ਗਿਣਤੀ ਸਰਕਾਰ ਦੇ ਅਸਾਰ ਜ਼ਿਆਦਾ ਨਜ਼ਰ ਆ ਰਹੇ ਨੇ। ਕਲੀਅਰ ਰਾਤ ਤੱਕ ਹੋ ਜਾਣਾ ਹੈ, ਪਰ ਅਜਿਹਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੋ ਵੀ ਸਰਕਾਰ ਬਣੂਗੀ ਘੱਟ ਗਿਣਤੀ ਸਰਕਾਰ ਬਣੂਗੀ। ਵੈਸੇ ਇਹ ਵੀ ਮੁਮਕਿਨ ਹੈ ਕਿ ਓਟੂਲ ਜਾਂ ਟਰੂਡੋ ਕਿਸੇ ਇੱਕ ਜਾਂ ਵੱਧ ਛੋਟੀਆਂ ਪਾਰਟੀਆਂ ਨਾਲ ਗੱਲਬਾਤ ਕਰਨ ਅਤੇ ਉਹਨਾਂ ਦੇ ਕਿਸੇ ਖਾਸ ਮੁੱਦੇ ਤੇ ਕਾਨੂੰਨ ਬਣਾਉਣ ਦੇ ਬਦਲੇ ਵਿੱਚ ਕੁਝ ਸਮੇਂ ਲਈ ਉਹਨਾਂ ਕੋਲੋਂ ਸਮਰਥਨ ਹਾਸਲ ਕਰ ਲੈਣ। 1985 ਵਿੱਚ ਓਨਟਾਰੀਓ ਵਿੱਚ ਡੇਵਿਡ ਪੀਟਰਸਨ ਦੀ ਅਗਵਾਈ ਵਿੱਚ ਲਿਬਰਲ ਸਰਕਾਰ ਐਵੇਂ ਹੀ ਬਣੀ ਸੀ, ਜਦੋਂ ਕੰਜ਼ਰਵੇਟਿਵਜ਼ ਨੂੰ ਸੱਤਾ ਵਿੱਚੋਂ ਬਾਹਰ ਕਰਨ ਲਈ ਲਿਬਰਲ ਅਤੇ ਐਨਡੀਪੀ ਨੇ 2 ਸਾਲ ਦੇ ਸਮਰਥਨ ਦਾ ਸਮਝੌਤਾ ਕੀਤਾ ਸੀ। ਕੰਜ਼ਰਵੇਟਿਵਜ਼ ਨੂੰ ਉਹਨਾਂ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਮਿਲੀਆਂ ਸੀ। 2017 ਦੇ ਵਿੱਚ BC ਵਿੱਚ ਐਨਡੀਪੀ ਲੀਡਰ ਜੌਨ ਹੋਰਗਨ ਨੇ ਵੀ ਇਸੇ ਤਰ੍ਹਾਂ ਗ੍ਰੀਨ ਪਾਰਟੀ ਦੇ ਸਮਰਥਨ ਨਾਲ ਵਧੇਰੇ ਸੀਟਾਂ ਜਿੱਤਣ ਦੇ ਬਾਵਜੂਦ ਲਿਬਰਲ ਪਾਰਟੀ ਨੂੰ ਸੱਤਾ ਵਿੱਚੋਂ ਬਾਹਰ ਕੀਤਾ ਸੀ। ਹੁਣ ਕਈ ਦੇਸ਼ਾਂ ਵਿੱਚ ਅਸੀਂ ਦੇਖਿਆ ਕਿ ਗੱਠਜੋੜ ਸਰਕਾਰ ਬਣਦੀ ਹੈ। ਇਹ ਵੀ ਸੰਭਵ ਹੈ ਕਿ ਛੋਟੀਆਂ ਪਾਰਟੀਆਂ ਗੱਠਜੋੜ ਦੀ ਸਰਕਾਰ ਦੀ ਮੰਗ ਕਰਨ। ਗੱਠਜੋੜ ਦੀ ਸਰਕਾਰ ਕਈ ਦੇਸ਼ਾਂ ਵਿੱਚ ਆਮ ਵਰਤਾਰਾ ਹੈ, ਪਰ ਕੈਨੇਡਾ ਦੇ ਵਿੱਚ ਇਹ ਬਹੁਤ ਘੱਟ ਦੇਖਣ ਨੂੰ ਮਿਲਿਆ ਤੇ ਇਹ ਵਰਤਾਰਾ ਕੁਝ ਦਾਗਦਾਰ ਜਿਹਾ ਮੰਨਿਆ ਜਾਂਦਾ ਹੈ। ਸਟੀਵਨ ਹਾਰਪਰ ਨੇ ਜਦੋਂ 2018 ਦੇ ਵਿੱਚ ਮੁੜ ਘੱਟ ਗਿਣਤੀ ਸਰਕਾਰ ਬਣਾਈ ਸੀ, ਉਦੋਂ ਲਿਬਰਲ ਅਤੇ ਐਨਡੀਪੀ ਨੇ ਗੱਠਜੋੜ ਬਣਾਉਣ ਦਾ ਸਮਝੌਤਾ ਕੀਤਾ ਸੀ, ਪਰ ਇਸ ਦੇ ਬਾਵਜੂਦ ਦੋਵੇਂ ਪਾਰਟੀਆਂ ਦੇ ਕੋਲ ਬਹੁਮਤਯੋਗ ਸੀਟਾਂ ਨਹੀਂ ਬਣੀਆਂ ਸਨ। ਇਸ ਤੋਂ ਬਾਅਦ ਉਹਨਾਂ ਨੂੰ ਵੱਖਵਾਦੀ ਬਲਾਕ ਕਿਬੈਕਵਾ ਤੋਂ ਸਮਰਥਨ ਦਾ ਵਾਅਦਾ ਲੈਣਾ ਪਿਆ ਸੀ। ਪਰ ਇਸ ਸਭ ਦੇ ਦਰਮਿਆਨ ਗੱਠਜੋੜ ਸਰਕਾਰ ਦਾ ਬਣਨ ਵਾਲਾ ਪ੍ਰਧਾਨ ਮੰਤਰੀ ਸਟੀਵਨ ਡਾਇਨ ਪਹਿਲਾਂ ਹੀ ਲਿਬਰਲ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕਾ ਸੀ ਤੇ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਪੇਚੀਦਾ ਹੋ ਗਿਆ ਸੀ। ਹਾਰਪਰ ਨੇ ਇਸ ਗੱਠਜੋੜ ਦੇ ਵਰਤਾਰੇ ਨੂੰ ਲੋਕਤੰਤਰ ਦੀ ਤੋਹੀਨ ਆਖਦਿਆਂ ਵੱਖਵਾਦੀ ਵਿਚਾਰਧਾਰਾ ਵੱਲੋਂ ਤਖਤਾ ਪਲਟ ਕੀਤੇ ਜਾਣ ਦੀ ਕੋਸ਼ਿਸ਼ ਆਖਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਗਵਰਨਰ ਜਨਰਲ ਨੂੰ ਪਾਰਲੀਮੈਂਟ ਨੂੰ ਸਥਗਿਤ ਕਰਨ ਦੇ ਲਈ ਰਾਜਾਮੰਦ ਕਰ ਲਿਆ ਸੀ, ਜਿਸ ਕਰਕੇ ਉਹਨਾਂ ਨੂੰ ਕੁਝ ਸਮਾਂ ਮਿਲ ਗਿਆ ਸੀ। ਜਦੋਂ ਪਾਰਲੀਮੈਂਟ ਦੁਬਾਰਾ ਸ਼ੁਰੂ ਹੋਈ, ਉਦੋਂ ਤੱਕ ਸਟੀਵਨ ਡਾਇਨ ਜਾ ਚੁੱਕੇ ਸਨ, ਜਿਸ ਦਾ ਲਿਬਰਲਸ ਨੂੰ ਖਾਸਾ ਝਟਕਾ ਲੱਗਿਆ ਸੀ ਤੇ ਗੱਠਜੋੜ ਟੁੱਟ ਗਿਆ ਸੀ। ਕੈਮਰਨ ਦਾ ਕਹਿਣਾ ਹੈ ਕਿ ਭਾਵੇਂ ਛੋਟੀਆਂ ਪਾਰਟੀਆਂ ਸਮਰਥਨ ਦੇਣ ਦੇ ਬਦਲੇ ਆਪਣੀਆਂ ਮੰਗਾਂ ਮਨਵਾਉਣ ਤੇ ਆਮਦਾ ਹੋ ਸਕਦੀਆਂ ਹਨ, ਪਰ ਉਹਨਾਂ ਦੇ ਬਹੁਤੇ ਨਿਰਣਾਇਕ ਹੋਣ ਦੀ ਭੂਮਿਕਾ ਸੀਮਤ ਹੀ ਜਾਪਦੀ ਹੈ, ਕਿਉਂਕਿ ਕੋਵਿਡ ਦੀ ਚੌਥੀ ਵੇਵ ਦੇ ਦੌਰਾਨ ਕੋਈ ਵੀ ਪਾਰਟੀ ਦੇਸ਼ ਵਿੱਚ ਇੱਕ ਵਾਰੀ ਹੋਰ ਚੋਣਾਂ ਨਹੀਂ ਕਰਵਾਉਣਾ ਚਾਹੇਗੀ। ਤੇ ਜਿਵੇਂ ਇਹ ਚਰਚਾ ਸੀ ਕਿ ਪਾਰਟੀ ਲੀਡਰਾਂ ਦੀ ਅੰਗਰੇਜ਼ੀ ਭਾਸ਼ਾ ਦੀ ਬਹਿਸ ਦੇ ਉਪਰੰਤ ਅਗਲੀ ਸਰਕਾਰ ਬਾਰੇ ਸਪਸ਼ਟ ਹੋ ਜਾਵੇਗਾ, ਪਰ ਇਸ ਬਹਿਸ ਦੇ ਉਪਰੰਤ ਵੀ ਚੋਣ ਸਰਵੇਖਣਾਂ ਦਾ ਝਮੇਲਾ ਅਗਲੀ ਸਰਕਾਰ ਬਾਰੇ ਸਪਸ਼ਟ ਨਹੀਂ ਰਿਹਾ। ਹਾਂ, ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਅਗਲੀ ਸਰਕਾਰ ਵੀ ਘੱਟ ਗਿਣਤੀ ਸਰਕਾਰ ਦੀ ਬਣੇਗੀ। ਘੱਟ ਗਿਣਤੀ ਸਰਕਾਰ ਦੇ ਦਾਅਵੇਦਾਰਾਂ ਵਿੱਚ ਲਿਬਰਲ ਤੇ ਕੰਜ਼ਰਵੇਟਿਵ ਬਰਾਬਰ ਮੰਨੇ ਜਾ ਰਹੇ ਨੇ। ਪ੍ਰਧਾਨ ਮੰਤਰੀ ਵਜੋਂ ਲੋਕਾਂ ਦੀ ਪਹਿਲੀ ਪਸੰਦ ਜਸਟਿਨ ਟਰੂਡੋ ਦੱਸੇ ਜਾ ਰਹੇ ਨੇ, ਪਰ ਇਸ ਦੌਰਾਨ ਕੰਜ਼ਰਵੇਟਿਵ ਆਗੂ ਐਰਨ ਓਟੂਲ, ਜਿਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਵਿਚਾਰਿਆ ਵੀ ਨਹੀਂ ਸੀ ਜਾ ਰਿਹਾ, ਉਹਨਾਂ ਨੇ ਇਸ ਦੌੜ ਵਿੱਚ ਟਰੂਡੋ ਦੇ ਬਰਾਬਰ ਆਣ ਖੜਨਾ ਵੱਡੀ ਪ੍ਰਾਪਤੀ ਮੰਨਿਆ। ਲਿਬਰਲ ਲੀਡਰਸ਼ਿਪ, ਜਿਵੇਂ ਕਿ ਓਟੂਲ ਨੂੰ ਪ੍ਰਧਾਨ ਮੰਤਰੀ ਪਦ ਲਈ ਉਚਿਤ ਉਮੀਦਵਾਰ ਨਾ ਹੋਣ ਦਾ ਪ੍ਰਚਾਰ ਉਸ ਲਈ ਪੁੱਠਾ ਪਿਆ ਲੱਗਦਾ। ਠੀਕ ਐਵੇਂ ਹੀ 2015 ਵਿੱਚ ਚੋਣਾਂ ਦੇ ਦੌਰਾਨ ਹਾਰਪਰ ਦੀ ਅਗਵਾਈ ਦੇ ਹੇਠ ਕੰਜ਼ਰਵੇਟਿਵ ਸਰਕਾਰ ਦੇ ਵੱਲੋਂ ਟਰੂਡੋ ਬਾਰੇ ਪ੍ਰਚਾਰਿਆ ਗਿਆ ਸੀ ਕਿ ਉਹ ਪ੍ਰਧਾਨ ਮੰਤਰੀ ਬਣਨ ਲਈ ਅਜੇ ਤਿਆਰ ਨਹੀਂ। ਉਸ ਦੌਰਾਨ ਕੰਜ਼ਰਵੇਟਿਵਜ਼ ਦੇ ਲਈ ਅਜਿਹਾ ਪ੍ਰਚਾਰ ਜਿਵੇਂ ਭਾਰੂ ਪਿਆ ਸੀ, ਖਦਸ਼ਾ ਕਿਤੇ ਉਹੀ ਇਤਿਹਾਸ ਹੁਣ ਲਿਬਰਲਸ ਦੇ ਲਈ ਨਾ ਦੁਹਰਾਇਆ ਜਾਵੇ। ਕੋਵਿਡ ਮਹਾਮਾਰੀ ਨਾਲ ਸੁਚੱਜੇ ਢੰਗ ਨਾਲ ਨਿਪਟਣ ਤੇ ਲੋਕਾਂ ਦੀ ਆਰਥਿਕ ਮਦਦ ਕਰਨ ਬਦਲੇ ਟਰੂਡੋ ਸਰਕਾਰ ਨੇ ਸ਼ਾਇਦ ਬਹੁਮਤ ਪ੍ਰਾਪਤ ਲਈ ਇਸ ਸਮੇਂ ਨੂੰ ਉਚਿਤ ਸਮਝ ਲਿਆ। ਉਹ ਅਚਨਚੇਤ ਚੋਣਾਂ ਕਰਵਾਏ ਜਾਣ ਦੇ ਸਵਾਲਾਂ ਨੂੰ ਵੀ ਟਾਲਦੇ ਰਹੇ, ਪਰ ਕੀਤਾ ਉਹੀ ਜੋ ਕਿਸੇ ਸੱਤਾ ਦੀ ਲਾਲਸਾ ਰੱਖਣ ਵਾਲੇ ਸਿਆਸਤਦਾਨ ਵੱਲੋਂ ਕੀਤਾ ਜਾਂਦਾ ਹੈ। ਲੀਡਰ ਡਿਬੇਟ ਦੌਰਾਨ ਵੀ ਟਰੂਡੋ ਨੂੰ ਇਸ ਸਵਾਲ ਦਾ ਉਚਿਤ ਜਵਾਬ ਨਹੀਂ ਸੀ ਮਿਲ ਰਿਹਾ। ਕੰਜ਼ਰਵੇਟਿਵਜ਼ ਅਤੇ ਐਨਡੀਪੀ ਆਗੂ ਦੋਹਾਂ ਨੇ ਟਰੂਡੋ ਨੂੰ ਘੇਰਦਿਆਂ ਪੁੱਛਿਆ ਕਿ ਉਹਨਾਂ ਨੂੰ ਲੋਕਾਂ ਦੀ ਸਿਹਤ ਅਤੇ ਸੁਰੱਖਿਅਤ ਜ਼ਿੰਦਗੀ ਤੋਂ ਪਹਿਲਾਂ ਆਪਣੇ ਬਹੁਮਤ ਦੀ ਜ਼ਿਆਦਾ ਫਿਕਰ। ਚੋਣ ਮੁਹਿੰਮ ਦੌਰਾਨ ਵੀ ਉਹਨਾਂ ਨੂੰ ਇਸੇ ਸਵਾਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਟੀਕਾਕਰਨ ਅਤੇ ਕੋਵਿਡ ਪਾਸਪੋਰਟ ਵਿਰੋਧੀ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੀ ਇਹੀ ਸਵਾਲ ਸਨ। ਪਿਛਲੇ ਦਿਨੀ ਚੋਣ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਉੱਪਰ ਨਿੱਕੇ ਪੱਥਰ ਸੁੱਟੇ ਜਾਣ ਦੀ ਘਟਨਾ ਵੀ ਵਿਰੋਧਤਾ ਦੀ ਸਿਖਰ ਰਹੀ, ਭਾਵੇਂ ਕਿ ਕਿਸੇ ਕੈਨੇਡੀਅਨ ਤੋਂ ਅਜਿਹੇ ਅਸਭਿਅਕ ਅਤੇ ਹਿੰਸਕ ਵਿਹਾਰ ਦੀ ਤਵੱਕੋ ਵੀ ਨਹੀਂ ਕੀਤੀ ਜਾਂਦੀ, ਪਰ ਇਸ ਵਿਰੋਧ ਪਿੱਛੇ ਲੋਕ ਮਾਨਸਿਕਤਾ ਦੇ ਵਿੱਚ ਆਈ ਤਬਦੀਲੀ ਨੂੰ ਸਮਝਣ ਦੀ ਲੋੜ ਹੈ। ਸ਼ਾਇਦ ਇਸੇ ਮਾਨਸਿਕਤਾ ਨੂੰ ਸਮਝਦੇ ਹੋਏ ਹੀ ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਦੇ ਬਾਵਜੂਦ ਉਹ ਆਪਣੀ ਚੋਣ ਮੁਹਿੰਮ ਨੂੰ ਜ਼ੋਰ-ਸ਼ੋਰ ਦੇ ਨਾਲ ਜਾਰੀ ਰੱਖ ਰਹੇ ਨੇ। ਕੋਵਿਡ ਮਹਾਮਾਰੀ ਦੇ ਦੌਰਾਨ ਅਚਨਚੇਤ ਚੋਣਾਂ ਬਾਰੇ ਵੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਇਸ ਫੈਸਲੇ ਤੇ ਕੋਈ ਪਛਤਾਵਾ ਨਹੀਂ। ਕੋਵਿਡ ਨਾਲ ਨਿਪਟਣ ਤੇ ਆਰਥਿਕਤਾ ਨੂੰ ਮਜ਼ਬੂਤੀ ਨਾਲ ਖੜਾ ਕਰਨ ਲਈ ਅਗਲੇ ਸਮੇਂ ਵਿੱਚ ਜੋ ਫੈਸਲੇ ਲਏ ਜਾਣੇ ਹਨ, ਉਸ ਵਾਸਤੇ ਬਹੁਮਤ ਵਾਲੀ ਸਰਕਾਰ ਜ਼ਰੂਰੀ ਹੈ। ਉਹ ਲੋਕਾਂ ਨੂੰ ਚੇਤਾਵਨੀ ਦੇ ਰਹੇ ਹਨ ਕਿ ਅਗਰ ਮੁੜ ਘੱਟ ਗਿਣਤੀ ਸਰਕਾਰ ਬਣਦੀ ਹੈ ਤੇ ਲੋਕਾਂ ਨੂੰ ਮੁੜ ਚੋਣਾਂ ਲਈ ਤਿਆਰ ਰਹਿਣਾ ਹੋਵੇਗਾ। ਇਹ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਇੱਕ ਪੂਰਨ ਬਹੁਮਤ ਵਾਲੀ ਸਥਿਰ ਸਰਕਾਰ ਚੁਣਨੀ ਹੈ ਜਾਂ ਅਸਥਿਰ ਸਰਕਾਰ।
ਪਿਛਲੀਆਂ ਅਕਤੂਬਰ 2019 ਦੀਆਂ ਚੋਣਾਂ ਦੇ ਦੌਰਾਨ ਲਿਬਰਲਸ ਦੇ ਕੋਲ 155 ਸੀਟਾਂ, ਕੰਜ਼ਰਵੇਟਿਵਸ ਦੇ ਕੋਲ 119, ਐਨਡੀਪੀ 24, ਬਲਾਕ ਕਿਬੈਕਵਾ 32 ਤੇ ਗ੍ਰੀਨ ਪਾਰਟੀ ਦੇ ਕੋਲ 2 ਸੀਟਾਂ ਸੀ। ਸਭ ਤੋਂ ਵੱਧ ਸੀਟਾਂ ਵਾਲੇ ਸੂਬੇ ਓਨਟਾਰੀਓ ਦੀਆਂ 121 ਸੀਟਾਂ ਵਿੱਚੋਂ ਲਿਬਰਲਸ ਦੇ ਕੋਲ 79, ਕੰਜ਼ਰਵੇਟਿਵਸ ਦੇ ਕੋਲ 36 ਤੇ ਐਨਡੀਪੀ ਕੋਲ 6 ਸੀਟਾਂ ਸਨ। ਕਿਬੈਕ ਦੀਆਂ ਕੁੱਲ 78 ਸੀਟਾਂ ਵਿੱਚੋਂ ਲਿਬਰਲਸ ਦੀਆਂ 35, ਬਲਾਕ ਕਿਬੈਕਵਾ ਦੀਆਂ 32, ਕੰਜ਼ਰਵੇਟਿਵਸ ਦੀਆਂ 10 ਅਤੇ ਐਨਡੀਪੀ ਕੋਲ 1 ਸੀਟ ਸੀ। ਆਮ ਕਰਕੇ ਸਰਕਾਰ ਬਣਾਉਣ ਦਾ ਫੈਸਲਾ ਇਹ 2 ਵੱਡੇ ਸੂਬੇ ਕਰਦੇ ਹਨ। ਇਸ ਵਾਰ ਓਨਟਾਰੀਓ ਵਿੱਚ ਕੰਜ਼ਰਵੇਟਿਵ ਪਾਰਟੀ ਲਿਬਰਲ ਦੇ ਬਰਾਬਰ ਖਹਿ ਕੇ ਚੱਲ ਰਹੀ ਹੈ। ਕਿਬੈਕ ਵਿੱਚ ਬਿੱਲ 21 ਦੇ ਮੁੱਦੇ ਉੱਪਰ ਬਲਾਕ ਕਿਬੈਕ ਦੇ ਲੀਡਰ ਬਲਾਂਸ਼ੇ ਦਾ ਸਟੈਂਡ ਪਾਰਟੀ ਦੀਆਂ ਸੀਟਾਂ ਵਧਾ ਸਕਦਾ ਹੈ। ਸ਼ਾਇਦ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਲਿਬਰਲ ਆਗੂ ਟਰੂਡੋ ਨੇ ਆਪਣੀ ਚੋਣ ਮੁਹਿੰਮ ਦੇ ਦੌਰਾਨ ਕਿਬੈਕ ਪਛਾਣ ਨੂੰ ਗਲੇ ਲਗਾਉਂਦਿਆਂ ਕਿਹਾ ਕਿ ਕਿਬੈਕ ਨਸਲਵਾਦੀ ਨਹੀਂ ਹੈ। ਉਧਰ ਕਿਬੈਕ ਪ੍ਰੀਮੀਅਰ ਫਰਾਂਸਵਾ ਲੈਗੂ ਦਾ ਕੰਜ਼ਰਵੇਟਿਵਸ ਦੇ ਹੱਕ ਵਿੱਚ ਬੋਲਣ ਦਾ ਫਾਇਦਾ ਐਰਨ ਅਟੂਲ ਨੂੰ ਹੋ ਸਕਦਾ ਹੈ। ਪ੍ਰੀਮੀਅਰ ਲੈਗੂ ਦਾ ਇਹ ਕਹਿਣਾ ਕਿ ਪ੍ਰਧਾਨ ਮੰਤਰੀ ਟਰੂਡੋ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਵਧੇਰੇ ਦਖਲ ਦਿੰਦੇ ਹਨ, ਇਸ ਲਈ ਉਹਨਾਂ ਵਾਸਤੇ ਕੰਜ਼ਰਵੇਟਿਵਸ ਦੇ ਨਾਲ ਕੰਮ ਕਰਨਾ ਜ਼ਿਆਦਾ ਸੌਖਾ ਹੈ। ਸਮਝਿਆ ਜਾ ਸਕਦਾ ਹੈ ਕਿ ਕਿਬੈਕ ਵਿੱਚ ਬਿੱਲ 21 ਯਾਨੀ ਕਿ ਸਰਕਾਰੀ ਦਫ਼ਤਰਾਂ ਵਿੱਚ ਧਾਰਮਿਕ ਚਿੰਨ੍ਹਾਂ ਉੱਪਰ ਪਾਬੰਦੀ ਤੇ ਬਿੱਲ 96 ਫ੍ਰੈਂਚ ਭਾਸ਼ਾ ਦੀ ਸਰਵ ਉੱਚਤਾ ਦਾ ਅਧਿਕਾਰ ਦੇ ਮੁੱਦੇ ਵੀ ਵੋਟ ਸਿਆਸਤ ਦਾ ਹਿੱਸਾ ਬਣੇ ਹੋਏ ਹਨ। ਇਹਨਾਂ ਮੁੱਦਿਆਂ ਉੱਪਰ ਹੀ ਸਿਆਸੀ ਪਾਰਟੀਆਂ ਵੋਟਾਂ ਬਟੋਰਨ ਦੀ ਤਾਕ ਵਿੱਚ ਸਨ। ਤਾਜ਼ਾ ਚੋਣ ਸਥਿਤੀ ਤੋਂ ਮੁੜ ਘੱਟ ਗਿਣਤੀ ਸਰਕਾਰ ਬਣਨ ਦੇ ਵਧੇਰੇ ਆਸਾਰ। ਇਹ ਸਥਿਤੀ ਤਾਂ ਹੀ ਬਦਲ ਸਕਦੀ ਹੈ ਅਗਰ ਦੋਵੇਂ ਪ੍ਰਮੁੱਖ ਪਾਰਟੀਆਂ ਲਿਬਰਲਸ ਤੇ ਕੰਜ਼ਰਵੇਟਿਵ ਆਪਣੀ ਵਿਚਾਰਧਾਰਾ ਨਾਲ ਮੇਲ ਖਾਂਦੀਆਂ ਪਾਰਟੀਆਂ ਦਾ ਵੋਟ ਬੈਂਕ ਆਪਣੀ ਤਰਫ ਪ੍ਰੇਰਿਤ ਕਰ ਸਕਣ। ਸਰਵੇ ਦੇ ਮੁਤਾਬਿਕ ਐਨਡੀਪੀ ਨੂੰ ਮਿਲ ਰਹੇ 19% ਸਮਰਥਨ ਦਾ ਕੁਝ ਹਿੱਸਾ ਲਿਬਰਲਸ ਵੱਲ ਜਾਣ ਜਾਂ ਪੀਪੀਸੀ ਨੂੰ ਮਿਲ ਰਹੇ 5% ਸਮਰਥਨ ਦਾ ਕੁਝ ਹਿੱਸਾ ਕੰਜ਼ਰਵੇਟਿਵ ਵੱਲ ਜਾਣ ਤੇ ਸਥਿਤੀ ਚਮਤਕਾਰੀ ਬਣ ਸਕਦੀ ਹੈ। ਪਰ ਹਾਲਾਤ ਇਹ ਨੇ ਕਿ ਲੋਕਾਂ ਵਿੱਚ ਇਹਨਾਂ ਵੋਟਾਂ ਪ੍ਰਤੀ ਉਤਸ਼ਾਹ ਨਹੀਂ ਨਜ਼ਰ ਆ ਰਿਹਾ। ਆਮ ਵੋਟਰਾਂ ਦਾ ਉਦਾਸੀਨ ਰਵੱਈਆ ਜੇ ਸਿਆਸੀ ਪਾਰਟੀਆਂ ਦੇ ਲਈ ਨਿਰਾਸ਼ਾਜਨਕ ਹੈ ਤਾਂ ਸੰਗਠਨਾਤਮਕ ਮਜ਼ਬੂਤੀ ਤੇ ਪ੍ਰਤੀਬੱਧ ਵੋਟ ਪ੍ਰੇਰਨਾ ਨਾਲ ਨਤੀਜੇ ਉਤਸ਼ਾਹਜਨਕ ਹੋ ਸਕਦੇ ਆ। ਕੋਵਿਡ ਮਹਾਮਾਰੀ ਵਿੱਚ ਸੂਬਾਈ ਚੋਣਾਂ ਦੇ ਦੌਰਾਨ ਅਜਿਹੀ ਮਜ਼ਬੂਤੀ ਤੇ ਪ੍ਰਤੀਬੱਧਤਾ ਆਪਣਾ ਰੰਗ ਵਿਖਾ ਚੁੱਕੀ ਹੈ। ਸੋ ਇਨ੍ਹਾਂ ਚੋਣਾਂ ਦੇ ਦੌਰਾਨ ਮੁੜ ਘੱਟ ਗਿਣਤੀ ਸਰਕਾਰ ਦੀ ਪੇਸ਼ਨਗੋਈ ਨੂੰ ਉਲਟਣ ਦੀ ਸਮਰੱਥਾ ਕੇਵਲ ਪ੍ਰਤੀਬੱਧ ਵੋਟਰਾਂ ਦੀ ਇੱਛਾ ਸ਼ਕਤੀ ਤੇ ਸੰਗਠਨਾਤਮਕ ਮਜ਼ਬੂਤੀ ਉੱਤੇ ਹੀ ਨਿਰਭਰ ਕਰਦੀ ਹੈ। ਤੇ ਹੁਣ ਇਹ ਵੀ ਜਾਣ ਲਿਆ ਜਾਵੇ ਕਿ ਅਜਿਹੇ ਮੁੱਦੇ ਜੋ ਇਨ੍ਹਾਂ ਚੋਣਾਂ ਦੇ ਦੌਰਾਨ ਕੈਨੇਡੀਅਨ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਕਿਫਾਇਤੀ ਪੜ੍ਹਾਈ। 12ਵੀਂ ਜਮਾਤ ਤੋਂ ਬਾਅਦ ਅਗਲੇਰੀ ਪੜ੍ਹਾਈ ਦਾ ਕਿਫਾਇਤੀ ਹੋਣਾ ਕੈਨੇਡੀਅਨ ਨੌਜਵਾਨਾਂ ਲਈ ਫੈਡਰਲ ਚੋਣਾਂ ਦੇ ਦੌਰਾਨ ਇੱਕ ਮੁੱਦਾ ਹੈ। ਕੈਨੇਡੀਅਨ ਅਲਾਈਅੰਸ ਆਫ ਸਟੂਡੈਂਟ ਐਸੋਸੀਏਸ਼ਨ ਦੀ ਚੇਅਰ ਮਾਰਲੇ ਗਲੀਜ਼ ਨੇ ਕਿਹਾ ਕਿ ਕਿਫਾਇਤੀ ਪੜ੍ਹਾਈ ਇੱਕ ਵੱਡਾ ਚੁਣਾਵੀ ਮੁੱਦਾ ਹੈ। ਮਹਿੰਗੀਆਂ ਫੀਸਾਂ ਵਿਦਿਆਰਥੀਆਂ ਦੇ ਪੜ੍ਹਾਈ ਜਾਰੀ ਰੱਖਣ ਵਿੱਚ ਰੁਕਾਵਟ ਹਨ। ਅਲਾਈਅੰਸ ਆਫ BC ਸਟੂਡੈਂਟ ਤੋਂ ਅਰਨਿਆ ਚੈਟਰੈਂਡ ਅਤੇ ਜੇਰਮੀ ਲਾਅ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹੋਰ ਫੰਡਿੰਗ ਦਿੱਤੇ ਜਾਣ ਦੀ ਲੋੜ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਪੜ੍ਹਾਈ ਲਈ ਲਏ ਲੋਨ ਤੇ ਕੋਈ ਵਿਆਜ ਨਹੀਂ ਹੋਣਾ ਚਾਹੀਦਾ। ਦੂਜਾ ਵੱਡਾ ਮੁੱਦਾ ਨੌਜਵਾਨਾਂ ਦੇ ਲਈ ਬਣਿਆ ਹੋਇਆ ਨੌਕਰੀਆਂ ਦਾ। ਕੋਵਿਡ-19 ਤੋਂ ਬਾਅਦ ਨੌਕਰੀਆਂ ਵਿੱਚ ਹੋਈ ਕਟੌਤੀ ਨੂੰ ਲੈ ਕੇ ਕੈਨੇਡੀਅਨ ਨੌਜਵਾਨ ਫਿਕਰਮੰਦ ਹਨ। ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਜਦੋਂ ਵਿਦਿਆਰਥੀ ਪੜ੍ਹ ਰਹੇ ਹੋਣ ਉਦੋਂ ਹੀ ਉਹਨਾਂ ਲਈ ਕਾਲਜਾਂ ਵਿੱਚ ਹੀ ਕੁਝ ਨੌਕਰੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਉਹ ਕੁਝ ਪੈਸੇ ਕਮਾਉਣ ਦੇ ਨਾਲ-ਨਾਲ ਤਜਰਬਾ ਹਾਸਲ ਕਰ ਸਕਣ। ਕਿਊਬੈਕ ਤੋਂ ਬ੍ਰਿਟਿਸ਼ ਕੋਲੰਬੀਆ ਵਿੱਚ ਐਕਟਿੰਗ ਪ੍ਰੋਗਰਾਮ ਕਰਨ ਆਏ ਵਿਦਿਆਰਥੀਆਂ ਦਾ ਕਹਿਣਾ ਕਿ ਵਿਦਿਆਰਥੀਆਂ ਨੂੰ ਆਪਣੀਆਂ ਫੀਸਾਂ ਤੇ ਪੜ੍ਹਾਈ ਸੰਬੰਧੀ ਹੋਰ ਖਰਚਿਆਂ ਲਈ ਨਾਲ-ਨਾਲ ਕੰਮ ਕਰਨਾ ਪੈਂਦਾ ਹੈ। ਨੌਜਵਾਨਾਂ ਦੀ ਮੰਗ ਹੈ ਕਿ ਸਰਕਾਰਾਂ ਨੂੰ ਨੌਜਵਾਨਾਂ ਦੇ ਪੜ੍ਹਾਈ ਦੇ ਖੇਤਰ ਵਿੱਚ ਹੀ ਨੌਕਰੀਆਂ ਪ੍ਰਦਾਨ ਕਰਨ ਸੰਬੰਧੀ ਹੋਰ ਕੰਮ ਕਰਨ ਦੀ ਲੋੜ ਹੈ। ਤੀਜਾ ਮੁੱਦਾ ਕੈਂਪਸ ਤੇ ਵੋਟਾਂ। ਇਸ ਵਾਰ ਦੀਆਂ ਚੋਣਾਂ ਦੌਰਾਨ ਕੈਂਪਸ ਤੇ ਵੋਟਾਂ ਨਾ ਪੈਣ ਕਰਕੇ ਲੱਖਾਂ ਹੀ ਨੌਜਵਾਨ ਵਿਦਿਆਰਥੀ ਨਿਰਾਸ਼ ਹਨ। 2015 ਦੀਆਂ ਚੋਣਾਂ ਦੇ ਦੌਰਾਨ ਇਲੈਕਸ਼ਨਸ ਕੈਨੇਡਾ ਵੱਲੋਂ ਕੈਂਪਸ ਤੇ ਹੀ ਵੋਟਾਂ ਪਾਉਣ ਦੇ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਤੇ ਇਸ ਸਦਕਾ 18 ਤੋਂ 24 ਸਾਲ ਉਮਰ ਵਰਗ ਦੇ ਨੌਜਵਾਨਾਂ ਦੀ VOTING ਦਰ ਵਿੱਚ 18.3% ਦਾ ਵਾਧਾ ਦੇਖਣ ਨੂੰ ਮਿਲਿਆ ਸੀ। ਨੌਜਵਾਨਾਂ ਵੱਲੋਂ ਕੈਂਪਸ ਤੇ ਵੋਟਾਂ ਨਾ ਪੈਣ ਨੂੰ ਡੈਮੋਕ੍ਰੇਸੀ ਲਈ ਖਤਰਾ ਕਰਾਰ ਦਿੱਤਾ ਜਾ ਰਿਹਾ ਹੈ। ਸਿਆਸੀ ਮਾਹਰ ਨੌਜਵਾਨਾਂ ਦੀ VOTING ਫੀਸਦ ਘਟਣ ਦਾ ਖਦਸ਼ਾ ਜ਼ਾਹਿਰ ਕਰ ਰਹੇ ਹਨ। 20,000 ਤੋਂ ਵਧੇਰੇ ਵਿਦਿਆਰਥੀਆਂ ਵੱਲੋਂ ਇਲੈਕਸ਼ਨਸ ਕੈਨੇਡਾ ਨੂੰ ਕੈਂਪਸ ਤੇ ਵੋਟਾਂ ਪਾਉਣ ਲਈ ਜ਼ੋਰ ਪਾਉਂਦਿਆਂ ਇੱਕ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਸੀ। ਅਗਲਾ ਵੱਡਾ ਮੁੱਦਾ ਨੌਜਵਾਨਾਂ ਦੇ ਲਈ ਇੰਟਰਨੈਟ ਬਣਿਆ ਹੋਇਆ ਹੈ। ਮਹਿੰਗੇ ਇੰਟਰਨੈਟ ਬਿੱਲ ਵੀ ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਇੱਕ ਵੱਡਾ ਚੁਣਾਵੀ ਮੁੱਦਾ ਬਣਿਆ ਹੋਇਆ ਹੈ। ਭਾਵੇਂ ਕਿ ਇਹ ਹਰ ਉਮਰ ਵਰਗ ਦੇ ਵਿਅਕਤੀਆਂ ਨੂੰ ਪ੍ਰਭਾਵਿਤ ਕਰ ਰਿਹਾ, ਪਰ ਨੌਜਵਾਨ ਤੇ ਪੜ੍ਹ ਰਹੇ ਵਿਦਿਆਰਥੀ ਇਸ ਤੋਂ ਖਾਸ ਤੌਰ ਤੇ ਪ੍ਰਭਾਵਿਤ ਸਨ। ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਕਾਰਨ ਇੰਟਰਨੈਟ ਦੀ ਜ਼ਰੂਰਤ ਹੋਰ ਵਧੀ ਹੈ, ਪਰ ਕੈਨੇਡਾ ਵਿੱਚ ਹੋਰਨਾਂ ਮੁਲਕਾਂ ਦੇ ਮੁਕਾਬਲੇ ਇੰਟਰਨੈਟ ਸੇਵਾਵਾਂ ਬਹੁਤ ਮਹਿੰਗੀਆਂ। ਤੇ ਫਿਰ ਨੌਜਵਾਨਾਂ ਦੇ ਲਈ ਇੱਕ ਹੋਰ ਵੱਡਾ ਮੁੱਦਾ ਹੈ ਚਾਈਲਡ ਕੇਅਰ ਦਾ ਮੁੱਦਾ। ਉਹਨਾਂ ਦਾ ਮੰਨਣਾ ਹੈ ਕਿ ਬਹੁਤ ਸਾਰੇ ਵਿਦਿਆਰਥੀ ਜੋ ਆਪਣੀ ਪੜ੍ਹਾਈ ਪੂਰੀ ਕਰ ਰਹੇ ਹਨ ਉਹ ਮਾਪੇ ਵੀ ਹਨ, ਇਸ ਕਰਕੇ ਚਾਈਲਡ ਕੇਅਰ ਦਾ ਮੁੱਦਾ ਉਹਨਾਂ ਨੂੰ ਪ੍ਰਭਾਵਿਤ ਕਰਦਾ ਹੈ।
ਉਹਨਾਂ ਨੇ ਕਿਹਾ ਕਿ ਮਾਪਿਆਂ ਦੀ ਕਮਾਈ ਦਾ ਇੱਕ ਵੱਡਾ ਹਿੱਸਾ ਚਾਈਲਡ ਕੇਅਰ ਵੱਲ ਚਲਾ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਦੇ ਹੋਰ ਵੀ ਖਰਚੇ ਹੁੰਦੇ ਆ। ਕਿਫਾਇਤੀ ਚਾਈਲਡ ਕੇਅਰ ਨੌਜਵਾਨਾਂ ਨੂੰ ਆਪਣੀ ਪੜ੍ਹਾਈ ਤੇ ਧਿਆਨ ਦੇਣ ਵਿੱਚ ਮਦਦ ਕਰ ਸਕਦਾ ਹੈ। ਕੈਨੇਡਾ ਦੀ ਹਰ ਪ੍ਰੋਵਿੰਸ ਵਿੱਚ ਕਈ ਮਾਮਲੇ ਦੇਖਣ ਨੂੰ ਮਿਲ ਰਹੇ ਨੇ ਜਿਸ ਵਿੱਚ ਫੈਡਰਲ ਚੋਣਾਂ ਦੇ ਦੌਰਾਨ ਕੁਝ ਵੋਟਰ ਫੈਡਰਲ ਤੇ ਲੋਕਲ ਮੁੱਦਿਆਂ ਵਿਚਕਾਰ ਫਰਕ ਕਰਨ ਤੋਂ ਅਸਮਰੱਥ ਜਾਪਦੇ ਹਨ। ਇਹ ਵੀ ਇੱਕ ਵੱਡਾ ਮੁੱਦਾ ਇਹਨਾਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ। ਓਨਟਾਰੀਓ ਦਾ ਬਰੈਂਪਟਨ ਸ਼ਹਿਰ, ਬ੍ਰਿਟਿਸ਼ ਕੋਲੰਬੀਆ ਦਾ ਸਰੀ ਸ਼ਹਿਰ, ਐਬਸਫੋਰਡ ਸ਼ਹਿਰ ਜਿੱਥੇ ਕਿ ਪੰਜਾਬੀਆਂ ਦੀ ਵੱਡੀ ਗਿਣਤੀ ਹੈ, ਉੱਥੇ ਕੁਝ ਵਿਅਕਤੀ ਹਸਪਤਾਲ ਤੇ ਸਿਹਤ ਸਹੂਲਤਾਂ ਨੂੰ ਵੱਡਾ ਮੁੱਦਾ ਮੰਨਦੇ ਨੇ, ਪਰ ਇਹ ਮੁੱਦਾ ਵੀ ਪ੍ਰੋਵਿੰਸ਼ੀਅਲ ਸਰਕਾਰ ਦਾ ਮੁੱਦਾ ਹੈ। ਸ਼ਹਿਰ ਵਿੱਚ ਇੱਕ ਹੀ ਹਸਪਤਾਲ ਹੈ ਤੇ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ। ਕਈ ਵਿਅਕਤੀ ਭੰਗ ਦੇ ਸਟੋਰ ਨੂੰ ਲੈ ਕੇ ਚਿੰਤਤ ਨੇ, ਇਸ ਨੂੰ ਚੁਣਾਵੀ ਮੁੱਦਾ ਸਮਝਦੇ ਨੇ, ਪਰ ਇਹ ਮਾਮਲਾ ਮਿਊਨਿਸਪਲ ਸਰਕਾਰ ਦੇ ਖੇਤਰ ਦੇ ਅਧੀਨ ਆਉਂਦਾ ਹੈ। ਇਸ ਤੋਂ ਇਲਾਵਾ ਕੁਝ ਵਿਅਕਤੀ ਗੱਡੀਆਂ ਦੇ ਇੰਸ਼ੋਰੈਂਸ ਜੋ ਪ੍ਰੋਵਿੰਸ਼ੀਅਲ ਸਰਕਾਰ ਦੇ ਖੇਤਰ ਦੇ ਅਧੀਨ ਆਉਂਦਾ ਬਾਰੇ ਫਿਕਰਮੰਦ ਦਿਖਾਈ ਦਿੰਦੇ ਨੇ। ਕਈ ਸਟਰੀਟ ਲਾਈਟਾਂ ਲਗਵਾਉਣ ਨੂੰ ਲੈ ਕੇ ਫੁੱਟਪਾਥ ਦੇ ਮੁੱਦੇ ਨੂੰ ਸੰਘੀ ਚੁਣਾਵੀ ਮੁੱਦਾ ਸਮਝਦੇ ਨੇ। ਇਹ ਮੁੱਦੇ ਕੋਈ ਪ੍ਰੋਵਿੰਸ਼ੀਅਲ ਨੇ ਤੇ ਕੋਈ ਮਿਊਨਿਸਪਲ ਨੇ। ਚੁਣੇ ਹੋਏ ਐਮਪੀਜ਼ ਦਾ ਕਹਿਣਾ ਹੈ ਕਿ ਉਹਨਾਂ ਕੋਲ ਬਹੁਤ ਸਾਰੇ ਵੋਟਰ ਅਜਿਹੇ ਕੰਮ ਲੈ ਕੇ ਆਉਂਦੇ ਨੇ ਜੋ ਕਿ ਉਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦੇ ਹੁੰਦੇ, ਸੋ ਉਹ ਵੋਟਰਾਂ ਦਾ ਸੰਪਰਕ ਸੰਬੰਧਿਤ ਅਧਿਕਾਰੀਆਂ ਜਾਂ ਵਿਭਾਗ ਨਾਲ ਕਰਾ ਦਿੰਦੇ ਆ। ਕੈਨੇਡਾ ਵਿੱਚ ਮਿਊਨਿਸਪਲ ਸਰਕਾਰ ਪ੍ਰੋਵਿੰਸ਼ੀਅਲ ਅਤੇ ਫੈਡਰਲ ਮਸਲਿਆਂ ਦੇ ਵਿੱਚ ਸਾਫ਼ ਡਿਵੀਜ਼ਨ ਕੀਤੀ ਹੋਈ ਹੈ, ਪਰ ਬਹੁਤ ਸਾਰੇ ਵਿਅਕਤੀ ਖਾਸ ਕਰਕੇ ਉਹ ਲੋਕ ਜਿਹੜੇ ਦੂਜੇ ਦੇਸ਼ਾਂ ਤੋਂ ਇਮੀਗ੍ਰੈਂਟ ਹੋ ਕੇ ਆਉਂਦੇ ਆ ਇਹ ਫਰਕ ਨਹੀਂ ਕਰ ਪਾਉਂਦੇ। ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ, ਰਾਸ਼ਟਰੀ ਸੁਰੱਖਿਆ, ਵਿਦੇਸ਼ ਮਾਮਲੇ, ਡਾਕ ਸੰਚਾਰ, ਰੇਲਵੇ, ਪਾਈਪਲਾਈਨ, ਅਪਰਾਧਿਕ ਕਾਨੂੰਨ ਵਰਗੇ ਮਸਲੇ ਫੈਡਰਲ ਸਰਕਾਰ ਦੇ ਅਧਿਕਾਰ ਖੇਤਰ ਆਉਂਦੇ ਆ, ਜਦਕਿ ਪਬਲਿਕ ਸਕੂਲ, ਹਸਪਤਾਲ, ਹਾਈਵੇ, ਇੰਸ਼ੋਰੈਂਸ, ਨਿਆਂ ਪ੍ਰਬੰਧ ਤੇ ਜੇਲ੍ਹਾਂ ਪ੍ਰੋਵਿੰਸ਼ੀਅਲ ਸਰਕਾਰ ਦੇ ਕੰਮ ਹਨ। ਇਸੇ ਤਰ੍ਹਾਂ ਲਾਇਬ੍ਰੇਰੀ, ਜਨਤਕ ਪਾਰਕ, ਸਥਾਨਕ ਆਵਾਜਾਈ ਆਦਿ ਮਸਲੇ ਮਿਊਨਿਸਪਲ ਸਰਕਾਰ ਦੇ ਅਧੀਨ ਆਉਂਦੇ ਆ। ਇਸ ਲਈ ਸਾਡਾ ਭਾਈਚਾਰਾ ਜਾਂ ਹੋਰ ਭਾਈਚਾਰੇ ਜਿਹੜੇ ਇਹਨਾਂ ਗੱਲਾਂ ਦੇ ਡਿਫਰੈਂਸ਼ੀਏਟ ਕਰਨ ਦੇ ਅਸਮਰੱਥ ਹਨ, ਚੁਣੇ ਹੋਏ ਨੁਮਾਇੰਦੇ ਨੂੰ ਜ਼ਿੰਮੇਵਾਰ ਸਮਝਦੇ ਆ ਜੋ ਵੋਟਰਾਂ ਨੂੰ ਜਾਗਰੂਕ ਨਹੀਂ ਕਰ ਸਕਦੇ। ਪੰਜਾਬੀ ਮੂਲ ਦੇ ਐਮਪੀਜ਼ ਨੂੰ ਜਨਤਾ ਨੂੰ ਮੁੱਦਿਆਂ ਬਾਰੇ ਦੱਸਣ ਦੀ ਵੱਡੀ ਲੋੜ ਕਹੀ ਜਾ ਰਹੀ ਹੈ। ਕਈ ਲੋਕ ਪਾਰਟੀਆਂ ਦੀਆਂ ਨੀਤੀਆਂ ਤੋਂ ਬਹੁਤੇ ਜਾਣੂ ਨਹੀਂ ਹਨ। ਇਹ ਵੀ ਬਹੁਤ ਵੱਡਾ ਮੁੱਦਾ ਇਹਨਾਂ ਇਲੈਕਸ਼ਨਸ ਦੇ ਵਿੱਚ ਸਾਹਮਣੇ ਆਇਆ। ਹੁਣ ਕਈ ਲੋਕਾਂ ਦੇ ਲਈ ਇਮੀਗ੍ਰੇਸ਼ਨ ਹੀ ਵੱਡਾ ਮੁੱਦਾ ਹੈ। ਕੈਨੇਡਾ ਦੇ ਵਿੱਚ ਪੰਜਾਬੀ ਮੂਲ ਦੇ ਲੋਕਾਂ ਦੀ ਗੱਲ ਕਰ ਲਈਏ ਤੇ ਬਹੁਤੇ ਲੋਕਾਂ ਦੇ ਲਈ ਇਮੀਗ੍ਰੇਸ਼ਨ ਸਭ ਤੋਂ ਵੱਡਾ ਮੁੱਦਾ ਹੈ। ਇੱਥੇ ਵਸਦੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਕੈਨੇਡਾ ਬੁਲਾਉਣਾ ਲੋਚਦੇ ਨੇ ਤੇ ਸਿਆਸੀ ਮਾਹਰਾਂ ਦਾ ਕਹਿਣਾ ਕਿ ਇਮੀਗ੍ਰੇਸ਼ਨ ਦੇ ਕਾਰਨ ਹੀ ਪੰਜਾਬੀ ਮੂਲ ਨਾਲ ਜੁੜੇ ਬਹੁਤ ਸਾਰੇ ਵਿਅਕਤੀ ਲਿਬਰਲ ਪਾਰਟੀ ਦਾ ਸਮਰਥਨ ਕਰਦੇ ਨਜ਼ਰ ਆਉਂਦੇ ਨੇ। ਬਹੁਤ ਸਾਰੇ ਪੰਜਾਬੀਆਂ ਦਾ ਮੰਨਣਾ ਹੈ ਕਿ ਲਿਬਰਲ ਪਾਰਟੀ ਦੇ ਰਾਜ ਵਿੱਚ ਇਮੀਗ੍ਰੇਸ਼ਨ ਵਧੀ ਹੈ। ਉਧਰ ਕੰਜ਼ਰਵੇਟਿਵ ਪਾਰਟੀ ਨਾਲ ਜੁੜੇ ਪੰਜਾਬੀ ਮੂਲ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਪਾਰਟੀ ਨੇ ਵੀ ਇਮੀਗ੍ਰੇਸ਼ਨ ਬਾਬਤ ਆਪਣੀ ਸੁਰ ਬਦਲੀ ਹੈ ਤੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਹੋਣ ਦਾ ਕਾਰਨ ਕੰਜ਼ਰਵੇਟਿਵਸ ਵੱਲੋਂ ਇਸ ਪ੍ਰਤੀ ਨਰਮ ਸੁਰ ਰੱਖਣਾ ਵੀ ਹੈ। ਇਹੀ ਕਹਿ ਸਕਦੇ ਹਾਂ ਕਿ ਆਮ ਇਨਸਾਨ, ਹਰ ਕਮਿਊਨਿਟੀ, ਹਰ ਅਦਾਰਾ, ਮੀਡੀਆ ਸਭ ਦਾ ਫਰਜ਼ ਹੈ ਕਿ ਸਾਫ਼ ਤੇ ਸਪਸ਼ਟ ਜਾਣਕਾਰੀ ਪਹੁੰਚਾਈ ਜਾਵੇ। ਭਾਵੇਂ ਕਿ ਕੈਨੇਡਾ ਵਿੱਚ ਹੋ ਰਹੀਆਂ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਪਰ ਪੰਜਾਬੀਆਂ ਦਾ ਵੋਟ ਦਾ ਹੱਕ ਲੈਣ ਤੋਂ ਚੋਣ ਲੜਨ ਤੱਕ ਦਾ ਸਫ਼ਰ ਵੀ ਲੰਮਾ ਰਿਹਾ ਹੈ। ਕੋਈ ਸਮਾਂ ਸੀ ਜਦੋਂ ਪੰਜਾਬੀਆਂ ਸਮੇਤ ਏਸ਼ੀਅਨ ਲੋਕਾਂ ਤੋਂ ਵੋਟ ਪਾਉਣ ਦਾ ਹੱਕ ਖੋਹ ਲਿਆ ਗਿਆ ਸੀ ਤੇ ਇਸ ਲਈ 4 ਦਹਾਕਿਆਂ ਤੱਕ ਜਦੋਜਹਿਦ ਕਰਨੀ ਪਈ। ਅੰਕੜਿਆਂ ਦੇ ਮੁਤਾਬਿਕ 1904 ਤੋਂ 5 ਦੇ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀਆਂ ਦੀ ਗਿਣਤੀ 45 ਹੀ ਸੀ ਅਤੇ 1907 ਤੋਂ 8 ਦੇ ਦੌਰਾਨ ਇਹ ਵੱਧ ਕੇ 5000 ਦਾ ਅੰਕੜਾ ਪਾਰ ਕਰ ਗਈ। 18ਵੀਂ ਸਦੀ ਦੇ ਦੌਰਾਨ ਹੀ ਪੰਜਾਬੀ ਕੈਨੇਡਾ ਆਉਣੇ ਸ਼ੁਰੂ ਹੋ ਗਏ ਸਨ। 19ਵੀਂ ਸਦੀ ਦੀ ਸ਼ੁਰੂਆਤ ਵਿੱਚ ਪੰਜਾਬੀਆਂ ਦੀ ਗਿਣਤੀ ਵਰਣਨਯੋਗ ਹੋ ਗਈ ਸੀ। 19ਵੀਂ ਸਦੀ ਦੇ ਪਹਿਲੇ ਦਹਾਕੇ ਦੇ ਦੌਰਾਨ ਪੰਜਾਬੀਆਂ ਦੇ ਨਾਲ ਵਿਤਕਰਾ ਵੱਡੇ ਪੱਧਰ ਤੇ ਸ਼ੁਰੂ ਹੋਇਆ ਸੀ। ਫਿਰ 40 ਵਰ੍ਹਿਆਂ ਦੀ ਲੰਮੀ ਲੜਾਈ ਤੋਂ ਬਾਅਦ 1947 ਦੇ ਦੌਰਾਨ ਭਾਈਚਾਰੇ ਨੂੰ ਵੋਟ ਪਾਉਣ ਦਾ ਹੱਕ ਪ੍ਰਾਪਤ ਹੋਇਆ। ਇਸ ਸਮੇਂ ਫੈਡਰਲ ਪੱਧਰ ਦੀ ਸਿਆਸਤ ਵਿੱਚ ਪੰਜਾਬੀ ਮੂਲ ਦੇ ਸਿਆਸਤਦਾਨਾਂ ਦੀ ਚੜ੍ਹਤ ਹੈ। ਲੰਘੀਆਂ ਚੋਣਾਂ ਦੇ ਵਿੱਚ ਭਾਰਤੀ ਮੂਲ ਦੇ 23 ਉਮੀਦਵਾਰ ਚੋਣ ਜਿੱਤੇ ਸਨ, ਜਿਨ੍ਹਾਂ ਵਿੱਚੋਂ 19 ਪੰਜਾਬੀ ਮੂਲ ਦੇ ਸਨ। ਹੁਣ ਅਸੀਂ ਕਿਸੇ ਵੀ ਕਮਿਊਨਿਟੀ ਦੇ ਨੁਮਾਇੰਦੇ ਨੂੰ ਵੋਟ ਪਾਈਏ, ਕਿਸੇ ਵੀ ਪਾਰਟੀ ਨੂੰ ਜਿਤਾਈਏ, ਪਰ ਵੋਟ ਜ਼ਰੂਰ ਪਾਈਏ ਆਪਣੀ ਪੂਰੀ ਰਿਸਰਚ ਕਰਕੇ, ਪਾਰਟੀ ਦੇਖ ਕੇ, ਪਲੇਟਫਾਰਮ ਦੇਖ ਕੇ, ਕੈਂਡੀਡੇਟ ਦੇਖ ਕੇ ਤੇ ਉਹਨਾਂ ਦੁਆਰਾ ਕੀਤੇ ਗਏ ਕੰਮ ਦੇਖ ਕੇ, ਉਹਨਾਂ ਦੀ ਹਿਸਟਰੀ ਚੈੱਕ ਕਰਕੇ। ਅਸੀਂ ਇਸੇ ਤਰ੍ਹਾਂ ਤੁਹਾਡੇ ਤੱਕ ਵੋਟਾਂ ਤੇ ਰਿਜ਼ਲਟ ਪ੍ਰਤੀ ਇਨਫੋਰਮੇਸ਼ਨ ਪਹੁੰਚਾ ਰਹੇ ਹਾਂ। ਬਣੇ ਰਹੋ ਸਾਂਝਾ ਟੀਵੀ ਦੇ ਨਾਲ।